ਸੋ ਲੜੀਵਾਰ ਪਾਵਨ ਪਵਿੱਤਰ ਗੁਰਬਾਣੀ ਦੀ ਜੋ ਸਤਿਗੁਰੂ ਮਹਾਰਾਜ ਜੀਓ ਕੇ ਪਾਵਨ ਅਸਥਾਨਾਂ ਤੇ ਲਗਭਗ 2009 ਤੋਂ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ। ਸ਼ਬਦ ਅੰਗ 830 ਤੇ ਪਾਵਨ ਅੱਜ ਦੇ ਸ਼ਬਦ ਹਨ। ਸਾਧ ਸੰਗਤ ਜੀਓ ਆਓ ਕਰੋ ਮਨ ਬਿਰਤਿਆਂ ਨੂੰ ਇਕਾਗਰ, ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ। ਘਰ ਪਹਿਲਾ ਪੜਤਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਹੈ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ 13ਵਾਂ, ਪੜਤਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਗ ਬਿਲਾਵਲ ਅੰਦਰ ਬਖਸ਼ਿਸ਼ ਕਰਦੇ ਹਨ। ਜਿਸ ਪਾਵਨ ਪਵਿੱਤਰ ਸ਼ਬਦ ਨੂੰ ਘਰ 13ਵੇਂ ਪੜਤਾਲ ਵਿੱਚ ਗਾਉਣ ਦੀ ਤਾਕੀਦ ਕੀਤੀ ਹੈ। ਮੰਗਲ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਿਪੂਰਨ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਤਥਾ ਪ੍ਰਾਪਤੀ ਦਾ ਵਸੀਲਾ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਰਹਿਮਤ ਸਦਕਾ ਹੈ। ਪੜਤਾਲ ਇੱਕ ਢੋਲ ਦੀ ਜੋ ਇੱਕ ਖੜਕਵੀਂ ਆਵਾਜ਼, ਉਸ ਤਾਲ ਦਾ ਜ਼ਿਕਰ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਅਰੰਭਤਾ ਸਿਰਲੇਖ ਵਿੱਚ ਕੀਤਾ ਹੈ। ਔਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ। ਮੋਹਨ ਨੀਂਦ ਨ ਆਵੈ ਹਾਵੈ, ਹਰ ਕਜਰ ਬਸਤਰ ਆਭਰਨ ਕੀਨੇ। ਹੇ ਮਨ ਨੂੰ ਮੋਹ ਲੈਣ ਵਾਲੇ, ਮਨ ਮੋਹਨ, ਹੇ ਮਨ ਨੂੰ ਮੋਹ ਲੈਣ ਵਾਲੇ ਪਰਿਪੂਰਨ ਪਰਮਾਤਮਾ ਜੀਵ ਰੂਪੀ ਇਸਤਰੀ ਨੇ ਉਸ ਮਾਲਕ ਜੀਆਂ ਦੇ ਚਰਨ ਕਮਲਾਂ ਪਾਸ ਜੋ ਅਰਜੋਈ ਜੋਦੜੀ ਬੇਨਤੀ ਕੀਤੀ ਹੈ। ਮੋਹਨ ਨੀਂਦ ਨਾ ਆਵੈ ਹਾਵੈ, ਹਾਰ ਕੱਜਰ ਬਸਤਰ ਅਭਰਨ ਕੀਨੇ। ਇਸ ਪਾਵਨ ਪਵਿੱਤਰ ਸ਼ਬਦ ਦੇ ਸਾਧ ਸੰਗਤ ਜੀਓ ਦੋ ਰਹਾਉ ਦੇ ਬੰਦ ਹਨ। ਪਹਿਲੇ ਅੰਦਰ ਜਗਿਆਸੂ ਨੇ ਪ੍ਰਸ਼ਨ ਕੀਤਾ, ਅਗਲੇ ਰਹਾਉ ਬੰਦ ਵਿੱਚ ਸਤਿਗੁਰੂ ਮਹਾਰਾਜ ਜੀਆਂ ਨੇ ਉੱਤਰ ਦਿੱਤਾ। ਹੇ ਮਨ ਨੂੰ ਮੋਹ ਲੈਣ ਵਾਲੇ ਪਰਿਪੂਰਨ ਪਰਮਾਤਮਾ ਜੀਵ ਰੂਪੀ ਇਸਤਰੀ ਇਹ ਬੋਲ ਕਹਿ ਰਹੀ ਹੈ ਕਿ ਨਾਨਾ ਪ੍ਰਕਾਰ ਦਾ ਸ਼ਿੰਗਾਰ ਵੀ ਕੀਤਾ ਹੈ, ਸੁਰਮਾ ਵੀ ਅੱਖਾਂ ਵਿੱਚ ਪਾਇਆ ਹੈ, ਗਹਿਣੇ ਵੀ ਹਨ, ਪਰ ਅੱਖਾਂ ਵਿੱਚ ਨੀਂਦ ਨਹੀਂ ਹੈ। ਨੀਂਦ ਨਾ ਹੋਣ ਦਾ ਕਾਰਨ ਕੋਈ ਸੋਚ ਹੈ, ਕੋਈ ਚਿੰਤਾ ਹੈ। ਜੀਵ ਨੂੰ ਚਿੰਤਾ ਹੈ। ਕਈਆਂ ਨੂੰ ਇਹ ਭਾਵ ਹੈ ਬੜੀ ਡੂੰਘੀ ਭੈੜੀ ਬਿਮਾਰੀ ਨੀਂਦ ਨਾ ਆਉਣ ਦੀ। ਪਰ ਇੱਥੇ ਜੀਵ ਰੂਪੀ ਇਸਤਰੀ ਨੇ ਜਿਸ ਇੱਕ ਚਿੰਤਾ ਝੋਰੇ ਕਰਕੇ ਨੀਂਦ ਨਾ ਆਉਣ ਦਾ ਜ਼ਿਕਰ ਕੀਤਾ ਹੈ, ਸਤਿਗੁਰੂ ਉਸ ਪਾਵਨ ਪਵਿੱਤਰ ਜਾਂ ਉਸ ਅਧਿਆਤਮਕ ਆਤਮਿਕ ਮੰਡਲ ਵਿੱਚ ਇਹ ਸ਼ਬਦ ਕਹਿ ਰਹੇ ਹਨ। ਮਾਲਕ ਜੀ ਨੀਂਦ ਨਹੀਂ ਆਉਂਦੀ। ਭਾਈ ਕਾਰਨ ਕੀ ਹੈ ਨੀਂਦ ਨਾ ਆਉਣ ਦਾ? ਮਹਾਰਾਜ ਕਾਰਨ ਹੈ ਵਿਛੋੜਾ। ਕਾਰਨ ਹੈ ਜਿਵੇਂ ਬਾਬਾ ਕਬੀਰ ਸਾਹਿਬ ਜੀ ਸ਼ਬਦ ਕਹਿੰਦੇ ਹਨ। ਬਾਬਾ ਕਬੀਰ ਸਾਹਿਬ ਜੀਆਂ ਦੇ ਬੋਲ, ਕਬੀਰ ਚੱਕਈ ਜੋ ਨਿਸ ਵਿਛੁਰੈ, ਆਏ ਮਿਲੈ ਪ੍ਰਭਾਤ, ਜੋ ਨਰ ਵਿਛਰੈ ਰਾਮ ਸਿਓ, ਨਾ ਦਿਨ ਮਿਲੈ ਨਾ ਰਾਤ। ਇਹ ਚਿੰਤਾ ਚੋਰਾ ਹੈ। ਚਿੰਤਾ ਚੋਰਾ ਹੈ ਜਿਵੇਂ ਭਾਈ ਸਾਹਿਬ ਜੀ ਸ਼ਬਦ ਗਾ ਕੇ ਗਏ ਆਸਾ ਦੀ ਵਾਰ ਵਿੱਚ। ਬਾਬਾ ਕਬੀਰ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਬੋਲ, ਉਡੋ ਨਾ ਕਾਗਾ ਕਾਰੇ ਵੇਗ, ਮਲੀਜੈ ਆਪਣੇ ਰਾਮ ਪਿਆਰੇ। ਚਿੰਤਾ ਚੋਰਾ ਹੈ
ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਚਿੰਤਾ ਚੋਰਾ ਹੈ, ਇਹ ਚਿੰਤਾ ਹੈ, ਹੋਰ ਕੋਈ ਦੁਨਿਆਵੀ ਚਿੰਤਾ ਵਿੱਚ ਨਹੀਂ। ਵੀ ਨੀਂਦ ਨਾ ਆਉਣ ਦਾ ਕਾਰਨ ਕੋਈ ਦੁਨਿਆਵੀ ਚਿੰਤਾ ਹੈ, ਨਹੀਂ ਭਾਈ। ਉਹ ਦੁਨਿਆਵੀ ਚਿੰਤਾ ਦਾ ਜ਼ਿਕਰ ਨਹੀਂ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਕੀਤਾ। ਮਹਾਰਾਜ ਜੀ ਉਹਦਾ ਕਾਰਨ ਫਿਰ ਅਗਲੀਆਂ ਪੰਕਤੀਆਂ ਵਿੱਚ ਦੱਸਦੇ ਹਨ। ਸਾਰੇ ਪਾਵਨ ਸ਼ਬਦ ਦੇ ਅੰਦਰ ਮੋਹਣ ਨੀਂਦ ਨਾ ਆਵੇ, ਹੇ ਭਾਈ ਉਹ ਨੀਂਦ ਉੱਡੀ ਹੋਈ ਹੈ, ਆਉਂਦੀ ਨਹੀਂ ਹੈ। ਹਾਵੈ ਹਾਰ ਕੱਜਰ ਬਸਤਰ ਆਭਰਨ ਕੀਨੇ, ਸਾਰਾ ਕੁਝ ਕੋਲ ਹੈ। ਗਹਿਣੇ ਇਤਿਆਦਿਕ ਬਸਤਰ, ਅੱਖਾਂ ਵਿੱਚ ਸੁਰਮਾ, ਇਹ ਸਭ ਕੁਝ ਕੀਤਾ ਹੈ। ਓਡੀਨੀ ਓਡੀਨੀ ਓਡੀਨੀ, 3 ਵਾਰ ਮਹਾਰਾਜ ਇਹ ਸ਼ਬਦ ਕਹਿੰਦੇ ਹਨ, ਉਡੀਨੀ ਉਡੀਨੀ ਉਡੀਨੀ। ਉਦਾਸ ਹੈ, ਉਦਾਸ ਹੈ, ਉਦਾਸ ਹੈ। ਮਹਾਰਾਜ ਇਸ ਉਦਾਸੀ ਦਾ ਕਾਰਨ ਕੀ ਹੈ? ਕੋਈ ਤਾਂ ਕਾਰਨ ਇਸ ਉਦਾਸੀ ਦੇ ਪਿੱਛੇ ਇਹਦਾ ਕਾਰਨ ਕੀ ਹੈ? ਮਹਾਰਾਜ ਜ਼ਿਕਰ ਕਰਦੇ ਹਨ। ਕਬ ਕਰ ਆਵਰੀ, ਇਹ ਮਾਲਕ ਜੀ ਸਾਈਂ ਜੀ ਘਰ ਕਦੋਂ ਆਉਣਗੇ? ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਬ ਘਰ ਆਵੈਰੀ, ਕਦੋਂ ਆਉਣਗੇ ਘਰ? ਕੋਈ ਹੈ ਉਹਦਾ ਸੁਨੇਹਾ? ਇਹਨੂੰ ਬਾਬਾ ਕਬੀਰ ਸਾਹਿਬ ਜੀ ਕਾਂ ਨੂੰ ਸੁਨੇਹਾ ਦਿੰਦੇ ਨੇ। ਕਾਂ ਨੂੰ ਉਡੋ ਨਾ ਕਾਗਾ ਕਾਰੇ, ਹੇ ਕਾਲੇ ਕਾਂ ਤੂੰ ਹੀ ਕੋਈ ਉੱਡ ਕੇ ਸੁਨੇਹਾ ਮੇਰਾ ਦੇ ਆ ਉਸ ਪ੍ਰੀਤਮ ਦੇ ਦੇਸ਼। ਗੁਜਰੀ ਰਾਗ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਪਾਵਨ ਪਵਿੱਤਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਬਖਸ਼ਿਸ਼ ਕਰਦੇ ਹਨ ਆਰੰਭਤਾ ਦੇ ਅੰਦਰ ਕਿ ਹੇ ਭਾਈ ਮੇਰਾ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੈ ਲਾਗ ਚਲੀ। ਹੇ ਭਾਈ ਮੈਨੂੰ ਕੋਈ ਉਹਦੀ ਗਲੀ ਦੱਸ ਦਿਓ, ਕੋਈ ਟਿਕਾਣਾ ਦੱਸ ਦਿਓ। ਜੇ ਭਾਈ ਨਹੀਂ ਪਤਾ ਤੁਸੀਂ ਅੱਗੇ ਲੱਗੋ, ਮੈਂ ਤੁਹਾਡੇ ਮਗਰੇ ਮਗਰ ਤੁਰੀ ਆਵਾਂ। ਇਹ ਚਿੰਤਾ, ਇਹ ਸਤਿਗੁਰੂ ਮਹਾਰਾਜ ਜੀ ਨੇ ਚਿੰਤਾ ਦਾ ਇੱਥੇ ਜ਼ਿਕਰ ਕੀਤਾ। ਉਡੀਨੀ 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 ਜੇ ਸ਼ਬਦ ਕਹੇ, ਇਸ ਚਿੰਤਾ ਦਾ ਮਹਾਰਾਜ ਜ਼ਿਕਰ ਪਏ ਕਰਦੇ ਹਨ। ਕਬ ਘਰ ਆਵੈਰੀ, ਹੇ ਭਾਈ ਉਹ ਕਦੋਂ ਸੁਨੇਹਾ ਘਰ ਆਵੇ? ਉਹ ਪ੍ਰੀਤਮ ਮੇਰਾ ਕਦੋਂ ਘਰ ਆਵੇ? ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸਾਧ ਸੰਗਤ ਜੀਓ, ਇਸ ਪਾਵਨ ਪਵਿੱਤਰ ਪ੍ਰਕਰਣ ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੇ ਇਸ ਪ੍ਰਕਰਣ ਤੇ ਅਨੇਕਾਂ ਸਤਿਗੁਰੂ ਮਹਾਰਾਜ ਜੀਆਂ ਦੇ ਸ਼ਬਦਾਂ ਦੇ ਦੀਦਾਰ ਕਰਦੇ ਹਾਂ, ਜਾਂ ਅਨੇਕਾਂ ਗੁਰੂ ਕੇ ਸਿੱਖਾਂ ਦਾ ਜੀਵਨ ਵੀ ਆਪਾਂ ਤੱਕਦੇ ਹਾਂ, ਜਿਨ੍ਹਾਂ ਨੇ ਆਪਣੀਆਂ ਉਮਰਾਂ ਬਤਾ ਦਿੱਤੀਆਂ ਮਾਲਕ ਜੀਆਂ ਦੇ ਦੀਦਾਰ ਦੇ ਵਾਸਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੀਰ ਬੁੱਢਨ ਸ਼ਾਹ ਦੇ ਕੋਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚਦੇ ਨੇ ਤੇ ਮਹਾਰਾਜ ਜੀਆਂ ਨੂੰ ਜਦੋਂ ਦੁੱਧ ਲੱਗੇ ਛਕਾਉਣ, ਸਤਿਗੁਰੂ ਮਹਾਰਾਜ ਜੀ ਨੇ ਸਹਿ ਸੁਭਾਅ ਕਹੇ ਭਾਈ ਹੁਣ ਨਹੀਂ ਤੇਰੀ ਇਹ ਭੇਟਾ ਗ੍ਰਹਿਣ ਕਰਨੀ, ਦੁੱਧ ਅਜੇ ਨਹੀਂ ਛਕਣਾ, ਛਕਾਂਗੇ 6ਵੇਂ ਜਾਮੇ ਅੰਦਰ। ਕੋਈ 1-2 ਸਾਲ ਦੀ ਮਹਾਰਾਜ ਜੀਆਂ ਨੇ ਤਾਂ ਗੱਲ ਕੀਤੀ ਨਹੀਂ, 6 ਜਾਮਿਆਂ ਦੀ ਮਹਾਰਾਜ ਜੀਆਂ ਨੇ ਗੱਲ ਕਰ ਦਿੱਤੀ, ਆਵਾਂਗੇ ਪੁਰਖਾ ਤੇਰੇ ਕੋਲ। ਕਿੰਨੀ ਲੰਮੀ ਉਡੀਕ। ਜੇ ਕੋਈ ਮੰਨ ਲਓ ਸਾਧ ਸੰਗਤ ਜੀ ਕੋਈ ਕਾਰ ਵਿਹਾਰ ਨਾ ਹੋਵੇ, ਕੋਈ ਜੀਵ 5-4 ਐਤਵਾਰ ਜਾਂ ਕੋਈ 5-4 ਪੰਚਮੀਆਂ ਸੁੱਖ ਕੇ ਕਵੇ ਵੀ ਮੇਰੇ ਕਾਰਜ ਪੂਰੇ ਨਹੀਂ ਹੋਏ, ਧੰਨ ਸਨੋ ਗੁਰੂ ਕੇ ਸਿੱਖ, ਧੰਨੋ ਭਾਵਨਾ ਵਾਲੇ ਗੁਰੂ ਕੇ ਸਿੱਖ। ਕੋਈ ਇੱਕ ਸਤਿਗੁਰੂ ਦੀਆਂ ਜੀਆਂ ਨੇ ਤਾਂ 6 ਦੀ ਗੱਲ ਕਰ ਦਿੱਤੀ, 6 ਜਾਮਿਆਂ ਦੀ ਗੱਲ ਕਰ ਦਿੱਤੀ। ਤੇ ਜਦੋਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਵਡੇਰੀ ਆਰਬਲਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਆ ਪੁਰਖਾ ਸਾਡੀ ਭੇਟਾ, ਲਿਆ ਦੁੱਧ ਛਕਣਾ ਹੈ। ਉੱਠ ਕੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨੀ ਲੱਗਦੇ ਹਨ। ਉਡੀਨੀ 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 ਕਬ ਕਰ ਆਵੈਰੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅਨੰਨ ਸਿੱਖ ਚਾਚਾ ਫੱਗੋ,
ਸਸਾ ਰਾਮ ਦੇ ਪਾਵਨ ਸਥਾਨ ਤੇ ਮਹਾਰਾਜ ਜੀਆਂ ਨੂੰ ਉਡੀਕ ਕਰਦੇ ਨੇ। ਲੋਕਾਂ ਕਿਹਾ ਇਹ ਝੱਲਾ ਹੋ ਗਿਆ ਹੈ, ਸਤਿਗੁਰੂ ਕਿੱਥੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿੱਥੇ ਆਉਣਗੇ ਦੇ ਘਰ ਦੇ ਅੰਦਰ। ਪਰ ਉਹਦੀ ਇੱਕ ਭਾਵਨਾ, ਨਿਰਮਲ ਭਾਵਨਾ, ਸ਼ੁੱਧ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੂਰਬ ਦੀ ਯਾਤਰਾ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਗਏ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਦੇ ਘਰ ਜਾਂਦੇ ਨੇ। ਉਤਰਨ ਲੱਗੇ ਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਰਹਿਮਤ ਕਰੋ, ਸਨੇ ਘੋੜੇ ਸਤਿਗੁਰੂ ਮਹਾਰਾਜ ਮੇਰੇ ਘਰ ਵਿੱਚ ਆਪਣੇ ਮੁਬਾਰਕ ਦਸਤੇ, ਮੁਬਾਰਕ ਚਰਨ ਪਾਓ। ਮਹਾਰਾਜ ਉੱਥੇ ਪਹੁੰਚੇ ਹਨ। ਇਹ ਹੈ ਉਹਨਾਂ ਗੁਰੂ ਕੇ ਪਿਆਰ ਵਾਲਿਆਂ ਦਾ, ਸਾਧ ਸੰਗਤ ਜੀਓ, ਜਿਨ੍ਹਾਂ ਨੇ ਮਹਾਰਾਜ ਜੀਆਂ ਦੇ ਭਾਵਨਾ ਦੇ ਨਾਲ, ਜਿਨ੍ਹਾਂ ਨੇ ਚੇਤੇ ਕੀਤਾ। ਭਾਵਨਾ ਦੇ ਨਾਲ ਹੀ ਸਾਧ ਸੰਗਤ ਜੀਓ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਇਹੋ ਬਚਨ ਕਰਦੇ ਹਨ, ਨਾ ਸਾਚ ਕਹੋ ਸੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਈ ਇਹ ਤਾਂ ਪ੍ਰੇਮ ਦੀ ਖੇਡ ਹੈ, ਇਹ ਕੋਈ ਫੋਕੇ ਹਿਰਦਿਆਂ ਦੀ ਕੋਈ ਐਸੀ ਨਹੀਂ, ਇਹ ਤਾਂ ਪ੍ਰੇਮ ਵਾਲਿਆਂ ਦੀ ਹੀ ਖੇਡ ਹੈ। ਸਤਿਗੁਰੂ ਮਹਾਰਾਜ ਜੀ ਰਹਿਮਤ ਪਏ ਕਰਦੇ ਹਨ। ਕਬ ਘਰ ਆਵੈਰੀ, ਹੇ ਭਾਈ, ਹੇ ਸਹੇਲੀ, ਹੇ ਭੈਣ, ਕਦੋਂ ਉਹ ਸਾਈਂ ਘਰ ਵਿੱਚ ਆਏਗਾ, ਕਦੋਂ ਉਹ ਮਾਲਕ ਹਿਰਦੇ ਰੂਪੀ ਘਰ ਵਿੱਚ ਆਵੇਗਾ। ਰਹਾਉ ਸਰਨ ਸੁਹਾਗਨ ਚਰਨ ਸੀਸ ਧਰ। ਇੱਥੇ ਰਹਾਉ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਸਾਧ ਸੰਗਤ ਜੀਓ ਪ੍ਰਸ਼ਨ ਹੈ, ਕਬ ਘਰ ਆਵੈਰੀ। ਫਿਰ ਅੱਗੇ ਸ਼ਰਨ ਸੁਹਾਗਣ ਚਰਨ ਸੀਸ ਧਰ। ਮੈਂ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਗੁਰਮੁਖਾਂ ਦੇ ਚਰਨਾਂ ਦੇ ਉੱਪਰ ਆਪਣਾ ਸੀਸ ਧਰਦਾ ਹਾਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਗੁਰਮੁਖਾਂ ਦੀ ਸ਼ੋਭਤ ਵਿੱਚ ਜਾ ਕੇ, ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ, ਸੁਹਾਗਣ ਦੇ ਜਿਹੜੇ ਇੱਥੇ ਅਰਥ ਨੇ, ਗੁਰਮੁਖ ਪਿਆਰੇ, ਸੰਤ ਮਹਾਂਪੁਰਸ਼, ਭਾਵਨੀ ਵਾਲੇ, ਉਹਨਾਂ ਦੇ ਚਰਨਾਂ ਤੇ ਜਾ ਕੇ ਮੈਂ ਆਪਣਾ ਸੀਸ ਧਰ ਕੇ ਪਤਾ ਪੁੱਛਦਾ ਹਾਂ, ਉਹਨਾਂ ਪਾਸੋਂ ਸਮਾਂ ਪੁੱਛਦਾ ਹਾਂ। ਤੇ ਕੀ ਅਗਾਂਹ ਬੇਨਤੀ ਕੀਤੀ, ਲਾਲਨ ਮੋਹਿ ਮਿਲਾਵਹੁ। ਤੇ ਬੇਨਤੀ ਕੀ ਕੀਤੀ, ਕੋਈ ਸੰਸਾਰੀ ਪਦਾਰਥਾਂ ਦੀ ਨਹੀਂ ਬੇਨਤੀ ਉਹਨਾਂ ਕੀਤੀ। ਬੇਨਤੀ ਕੀਤੀ ਲਾਲਨ ਮੋਹਿ ਮਿਲਾਵੋ, ਹੇ ਭਾਈ ਮੈਨੂੰ ਮਿਲਾ ਦਵੋ, ਤੁਸੀਂ ਵੀ ਮਿਲੇ ਹੋਏ ਹੋ, ਮੈਨੂੰ ਵੀ ਮਿਲਾ ਦਿਓ। ਆਪ ਜੀ ਜੁੜੇ ਹੋਏ ਹੋ ਔਰ ਰਹਿਮਤ ਕਰੋ, ਤੁਸੀਂ ਮੈਨੂੰ ਵੀ ਵਿਛੜੇ ਹੋਏ ਨੂੰ ਤੁਸੀਂ ਮੈਨੂੰ ਵੀ ਮਿਲਾ ਦਵੋ। ਤੁਸੀਂ ਤਾਂ ਉਹਨਾਂ ਦੇ ਘਰ ਜਾਂਦੇ ਹੋ ਨਾ, ਤੁਸੀਂ ਤਾਂ ਪ੍ਰੀਤਮ ਦੇ ਦੇਸ਼ ਨਾਲ ਜੁੜੇ ਹੋਏ ਹੋ, ਤੁਸੀਂ ਮੈਨੂੰ ਵੀ ਇੱਕ ਰਸਤਾ ਦੱਸ ਦਿਓ। ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਹਨ ਸਾਧ ਸੰਗਤ ਜੀ। ਜਦੋਂ ਫਿਰ ਗੁਰਮੁਖ ਪਿਆਰੇ ਰਸਤਾ ਦੱਸਦੇ ਨੇ, ਇਤ ਮਾਰਗ ਚੱਲੇ ਭਾਈ ਅੜੇ। ਇਹ ਭਾਈ ਤੂੰ ਰਸਤਾ ਪੁੱਛਿਆ ਹੈ, ਗੁਰੂ ਕੇ ਸਿੱਖ ਨੇ ਜਾਂ ਗੁਰੂ ਨੇ ਰਸਤਾ ਦੱਸ ਦਿੱਤਾ। ਕਿਹੜਾ ਰਸਤਾ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਭਾਈ ਜਿਹੜੀ ਗੁਰੂ ਨੇ ਕਾਰ ਕਹੀ ਹੈ ਉਹ ਕਾਰ ਕਮਾ। ਤਿਆਗੇ ਮਨ ਕੀ ਮਤੜੀ, ਵਸਾਰੇ ਦੂਜਾ ਭਾਓ ਜੀਓ। ਆਪਣੇ ਮਨ ਦੀ ਮਤ ਤਿਆਗ, ਆਪਣੇ ਮਨ ਦੀ ਮਤ ਨੂੰ ਵੱਡੀ ਨਾ ਕਰ, ਆਪਣੇ ਮਨ ਦੀ ਮਤ ਨੂੰ ਤਿਆਗ ਤਥਾ ਗੁਰੂ ਦੇ ਚਰਨਾਂ ਸੰਗ ਜੁੜ। ਮਹਾਰਾਜ ਜੀ ਨੇ ਰਹਿਮਤ ਕੀਤੀ, ਸ਼ਰਨ ਸੁਹਾਗਣ ਚਰਨ ਸੀਸ ਧਰ, ਲਾਲਣ ਮੋਹਿ ਮਿਲਾਵਹੁ। ਬੇਨਤੀ ਕੀਤੀ ਕਿ ਹੇ ਭਾਈ ਮੈਨੂੰ ਵੀ ਉਸ ਪਰਿਪੂਰਨ ਪਰਮਾਤਮਾ ਸੰਗ ਜੋੜੋ। ਕਬ ਘਰ ਆਵੈਰੀ, ਕਦੋਂ ਉਹ ਘਰ ਵਿੱਚ ਆਵੇ, ਕਦੋਂ ਉਹ ਹਿਰਦੇ ਰੂਪੀ ਘਰ ਵਿੱਚ ਸਾਈਂ ਆਵੇ। ਸੁਨਹੁ ਸਹੇਰੀ ਮਿਲਨ ਬਾਤ ਕਹੋ, ਸਾਗਰੋ ਅਹੰ ਮਿਟਾਵਹੁ, ਤਉ ਘਰ ਹੀ ਲਾਲਨ ਪਾਵਹੁ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਗੁਰਮੁਖਾਂ ਨੇ ਰਸਤਾ ਦੱਸ ਦਿੱਤਾ। ਸੁਨਹੁ ਸਹੇਰੀ, ਹੇ ਸਹੇਲੀ ਸੁਣ, ਸੁਨਹੁ ਸਹੇਰੀ ਮਿਲਣ ਬਾਤ ਕਹੋ, ਤੈਨੂੰ ਮਿਲਣ ਦੀ ਬਾਤ ਦੱਸਦੀ ਹਾਂ। ਕਿ ਸਗਰੋ ਅਹੰਗ ਮਿਟਾਵੋ, ਆਪਣਾ ਅਹੰਕਾਰ ਛੱਡ, ਸਗਰੋ ਅਹੰਗ ਮਿਟਾਵੋ, ਤਉ ਘਰ ਹੀ ਲਾਲਣ ਪਾਵੋ। ਆਹ ਹੈ ਇੱਕ ਰਸਤਾ, ਆਹ ਹੈ ਇੱਕ ਤਰੀਕਾ।
ਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ। ਨਾ ਤਾਂ ਟੋਇਆਂ ਵਿੱਚ ਫਸਲ ਹੁੰਦੀ ਹੈ, ਨਾ ਟਿੱਬਿਆਂ ਤੇ ਫਸਲ ਹੁੰਦੀ ਹੈ। ਬਾਬਾ ਫਰੀਦ ਸਾਹਿਬ ਇਹਨੂੰ ਇਉਂ ਕਹਿੰਦੇ ਨੇ, ਭਾਈ ਆਪਣੇ ਮਨ ਨੂੰ ਮੈਦਾਨ ਕਰ, ਪੱਧਰਾ ਕਰ, ਟੋਏ ਟਿੱਬੇ ਲਾਹੇ। ਛੱਡ ਦੇ ਆਪਣਾ ਹਿਰਦੇ ਦਾ ਵੱਡਾ ਅਹੰਕਾਰ। ਅਹੰਕਾਰ ਨੂੰ ਛੱਡ ਕੇ ਸਗਰੋ ਅਹੰਗ ਮਿਟਾਵੈ। ਅਹੰਗ ਕਹੀਏ ਆਪਣਾ ਅਹੰਕਾਰ। ਬਾਬਾ ਕਬੀਰ ਸਾਹਿਬ ਜੀਆਂ ਨੇ ਤਾਂ ਲਮੇਰਾ ਜ਼ਿਕਰ ਕੀਤਾ 3-4 ਪਾਵਨ ਪਵਿੱਤਰ ਬਚਨਾਂ ਵਿੱਚ, ਸ਼ਲੋਕਾਂ ਵਿੱਚ। ਦੇਹੀ ਦਾ ਅਹੰਕਾਰ, ਧਨ ਸੰਪਦਾ ਦਾ ਅਹੰਕਾਰ, ਸਾਰੇ ਉਹਦਾ ਬਾਬਾ ਕਬੀਰ ਸਾਹਿਬ ਜੀਆਂ ਨੇ ਪਾਵਨ ਪਵਿੱਤਰ ਸ਼ਲੋਕਾਂ ਵਿੱਚ ਜ਼ਿਕਰ ਕੀਤਾ। ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਆ ਕੋਈ। 3-4 ਪਾਵਨ ਸ਼ਲੋਕਾਂ ਵਿੱਚ ਬਾਬਾ ਕਬੀਰ ਸਾਹਿਬ ਜੀ ਇਹਦਾ ਜ਼ਿਕਰ ਕਰਦੇ ਹਨ, ਅਹੰਕਾਰ ਦਾ, ਗਰਬ ਦਾ। ਗੁਰਮੁਖ ਪਿਆਰਿਆਂ ਦੇ ਪਾਸੋਂ ਜਦੋਂ ਕਿਸੇ ਨੇ ਕੋਈ ਰਸਤਾ ਪੁੱਛਿਆ, ਉਹਨਾਂ ਫਿਰ ਰਸਤਾ ਦੱਸ ਦਿੱਤਾ। ਭਾਈ ਆ ਤੈਨੂੰ ਰਸਤਾ ਦੱਸਾਂ। ਪਹਿਲੀ ਬਾਤ ਤਾਂ ਇਹ ਹੈ, ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਕੋਈ ਗੁਰਮੁਖ ਪਿਆਰੇ ਹੈਣ ਵਿਰਲੇ, ਐਸਾ ਨਹੀਂ ਹੈ ਵੀ ਅੱਜ ਉਹ ਗੁਰਮੁਖ ਪਿਆਰੇ ਜਿਹੜੇ ਆਪ ਜੁੜੇ ਹੋਏ ਹਨ ਵਿਛੜਿਆਂ ਨੂੰ ਜੋੜ ਨਹੀਂ ਸਕਦੇ, ਜੋੜਦੇ ਹਨ। ਪਰ ਵੱਡੀ ਗੱਲ ਇਹ ਵੀ ਹੈ ਨਾ, ਉਹ ਜਿਹੜਾ ਪ੍ਰਸ਼ਨ ਹੈ ਜਗਿਆਸੂ ਦਾ, ਉਹ ਪ੍ਰਸ਼ਨ ਖਤਮ ਹੋ ਗਿਆ ਹੈ। ਹੁਣ ਤਾਂ ਉਹ ਦੁਨਿਆਵੀ ਪ੍ਰਸ਼ਨ ਹਨ। ਜੇ ਮੰਨ ਲਓ ਕੋਈ ਐਸੀ ਅਧਿਆਤਮਕ ਮੰਡਲ ਵਿੱਚ ਜੁੜੀ ਹੋਈ ਕੋਈ ਰੂਹ ਹੈ, ਤੇ ਉਹਦੇ ਕੋਲ ਜਾਂਦਿਆਂ ਕੋਈ ਕਿਸੇ ਕੋਲ ਵਿਰਲੇ ਕੋਲ ਹੀ ਇਹ ਪ੍ਰਸ਼ਨ ਹੋਵੇਗਾ। ਦੁਨਿਆਵੀ ਹਨ, ਬਈ ਆ ਮੇਰਾ ਕੰਮਕਾਰ ਨਹੀਂ ਬਣਦਾ, ਕੋਈ ਵਿਦੇਸ਼ ਦਾ ਕੰਮ ਰੁਕਿਆ ਹੈ। ਅਜੇ ਤਾਂ ਸੰਸਾਰ ਦੀਆਂ ਮੰਗਾਂ ਹੀ ਨਹੀਂ ਪੂਰੀਆਂ ਹੋਈਆਂ, ਨਿਰੰਕਾਰ ਦੀਆਂ ਮੰਗਾਂ ਤਾਂ ਬਹੁਤ ਦੂਰ ਹਨ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਜੇ ਤਾਂ ਸੰਸਾਰ ਦੀਆਂ ਮੰਗਾਂ ਹਨ, ਜਦੋਂ ਨਿਰੰਕਾਰ ਦੀਆਂ ਸ਼ੁਰੂ ਹੋਣਗੀਆਂ ਉਦੋਂ ਵੇਖੀ ਜਾਏਗੀ। ਜੇ ਕੋਈ ਗੁਰਮੁਖ ਪਿਆਰਾ ਪਤਾ ਲੱਗ ਵੀ ਜਾਏ, ਭਾਈ ਉਹ ਫਲਾਣਾ ਸਿਉ ਰੱਬ ਦੇ ਨਾਲ ਜੁੜਿਆ ਹੋਇਆ ਹੈ, ਉਹਦੇ ਕੋਲ ਜਾਂਦਿਆਂ ਤੱਕ ਤਾਂ ਇਹ ਪ੍ਰਸ਼ਨ ਆਪਣੇ ਮੁੱਕ ਹੀ ਜਾਂਦੇ ਹਨ। ਉਦੋਂ ਤਾਂ ਦੁਨਿਆਵੀ ਬਾਤਾਂ ਹਨ, ਦੁਨਿਆਵੀ ਜਿਹੜੀਆਂ ਆਪਣੀਆਂ ਮੰਗਾਂ ਹਨ, ਆਪਣੀਆਂ ਮੰਗਾਂ ਤਾਂ ਅਜੇ ਉਹ ਮੂੰਹ ਟੱਡੀ ਖਲੋਤੀਆਂ ਹਨ। ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸ਼੍ਰੀ ਰਾਗ ਸਿਰਲੇਖ ਦੇ ਹੇਠ ਸ਼ਬਦ ਵੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਭਾਈ ਕੋਈ ਘੜਾ ਖਾਲੀ ਹੈ ਹੀ ਨਹੀਂ। ਏਤੇ ਰਸ ਸਰੀਰ ਕੇ ਕਹਿ ਘਟ, ਕਿਹੜਾ ਕੋਈ ਥਾਂ ਖਾਲੀ ਹੈ ਜਿੱਥੇ ਨਾਮ ਨਿਵਾਸ ਹੋਵੇ? ਮਹਾਰਾਜ ਕਹਿੰਦੇ ਅਜੇ ਤਾਂ ਹੈ ਨਹੀਂ ਭਾਈ। ਇੱਥੇ ਕਿਸੇ ਗੁਰਮੁਖ ਪਿਆਰੇ ਨੇ ਜੋ ਸ਼ਬਦ ਕਹੇ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਉੱਤਰ ਦਿੰਦੇ ਹਨ, ਇਹ ਭਾਈ ਸੁਣੋ, ਜੇ ਕਿਸੇ ਜਗਿਆਸੂ ਦਾ ਪ੍ਰਸ਼ਨ ਹੈ ਮਿਲਣ ਦਾ, ਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਸੁਨੋ ਸਹੇਰੀ ਆ ਭੈਣ ਬੈਠ ਕੋਲ, ਤੈਨੂੰ ਮੈਂ ਇਹਦਾ ਉੱਤਰ ਦੱਸਾਂ। ਕੀ ਮਿਲਣ ਬਾਤ ਕਹੋ, ਮਿਲਣ ਵਾਸਤੇ ਤੈਨੂੰ ਰਸਤਾ ਦੱਸਾਂ। ਸਗਰੋ ਅਹੰਗ ਮਿਟਾਵੋ, ਸਾਰਾ ਅਹੰਕਾਰ ਛੱਡ, ਤਉ ਘਰ ਹੀ ਲਾਲਣ ਪਾਵੋ। ਸਤਿਗੁਰੂ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਜਿਵੇਂ ਪਾਵਨ ਪਵਿੱਤਰ ਬਚਨ ਆਉਂਦੇ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤਰ। ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਚੱਲਦੇ ਨੇ ਨਾ ਕਿਤੇ ਐਡਾਂ ਚੱਲਦੀਆਂ ਹਨ ਜਾਂ ਅਖਬਾਰਾਂ ਦੇ ਅੰਦਰ ਬਈ ਫਲਾਣਾ ਫਲਾਣਾ ਵਸ਼ੀਕਰਨ ਦਾ ਤਰੀਕਾ ਹੈ। ਕੋਈ ਕਿਸੇ ਕੋਲ ਗਿਆ, ਕੋਈ ਕਿਸੇ ਪੀਰ ਕੋਲ ਗਿਆ, ਕਿਸੇ ਕੋਈ ਧਾਗਾ ਬਣਾਇਆ ਵੀ ਮੈਂ ਫਲਾਣੇ ਨੂੰ ਵਸ਼ੀਕਰਨ ਕਰਨਾ ਹੈ, ਪਤੀ ਨੂੰ ਵਸ ਵਿੱਚ ਕਰਨਾ ਹੈ। ਮਹਾਰਾਜ ਜੀ ਨੇ ਉੱਥੇ ਉੱਤਰ ਦਿੱਤਾ ਇਹਦਾ,
ਕਿਸੇ ਇੱਕ ਭੈਣ ਨੇ ਦੂਸਰੀ ਭੈਣ ਤੋਂ ਸਹੇਲੀ ਤੋਂ ਪੁੱਛਿਆ, ਕਵਣ ਸੋ ਮਣੀਆਂ ਮੰਤ। ਮਣੀਆਂ ਮੰਤ ਕਹਿੰਦੇ ਨੇ ਕਿਹੜਾ ਮੰਤਰ ਹੈ? ਭੈਣ ਕੋਈ ਮੰਤਰ ਹੈ ਵਸ ਕਰਨ ਦਾ? ਸਤਿਗੁਰੂ ਜੀ ਅੱਗੇ ਇਹਦਾ ਉੱਤਰ ਦਿੱਤਾ, ਕਵਣ ਸੋ ਵੇਸੋ। ਵੇਸੋ ਕਹਿੰਦੇ ਨੇ ਕਿਹੜਾ ਸ਼ਿੰਗਾਰ ਕਰਾਂ? ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ ਨਿਵਣ ਸੋ ਅੱਖਰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਗੋਂ ਉੱਤਰ ਦਿੱਤਾ, ਹਾਂ ਨਿਵਣ ਸੋ ਅੱਖਰ। ਖਵਣ ਗੁਣ, ਖਵਣ ਕਹਿੰਦੇ ਨੇ ਖਿਮਾ ਦਾ ਗੁਣ, ਕਿਸੇ ਨੂੰ ਖਿਮਾ ਕਰਨ ਦਾ ਗੁਣ। ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ ਮਿੱਠੇ ਬੋਲ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਹੈ ਭੈਣ, ਇਹਨਾਂ ਤਿੰਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ। ਸਤਿਗੁਰੂ ਰਹਿਮਤ ਪਏ ਕਰਦੇ ਹਨ, ਸੁਨੋ ਸਹੇਰੀ ਮਿਲਣ ਬਾਤ ਕਹੋ, ਸਗਰੋ ਅਹੰਗ ਮਿਟਾਵੈ ਤੋ ਕਰ ਹੀ ਲਾਲਣ ਪਾਵੋ। ਅਹੰਕਾਰ ਛੱਡ ਤਥਾ ਉਸ ਮਾਲਕ ਜੀਆਂ ਨੂੰ ਮਾਲਕ ਜੀ ਹਿਰਦੇ ਰੂਪੀ ਘਰ ਵਿੱਚ ਹੀ ਮਿਲ ਪੈਣਗੇ। ਤਬ ਰਸ ਮੰਗਲ ਗੁਣ ਗਾਵੋ। ਫਿਰ ਉਸ ਪਰਿਪੂਰਨ ਪਰਮਾਤਮਾ ਦੇ ਖੁਸ਼ੀ ਦੇ ਮੰਗਲਮਈ ਗੀਤ ਗਾ। ਆਨੰਦ ਰੂਪ ਧਿਆਵੋ। ਉਸ ਪਰਿਪੂਰਨ ਪਰਮਾਤਮਾ ਆਨੰਦ ਰੂਪ ਧਿਆਵੋ। ਉਸ ਪਰਿਪੂਰਨ ਪਰਮਾਤਮਾ ਨੂੰ ਸਿਮਰ ਚੇਤੇ ਕਰ। ਨਾਨਕ ਦੁਆਰਾ ਆਇਓ। ਇਹ ਭਾਈ ਦਾਸ ਨਾਨਕ ਦੁਆਰਾ ਆਇਓ, ਉਸ ਪਰਿਪੂਰਨ ਪਰਮਾਤਮਾ ਦੇ ਦੁਆਰੇ ਪਹੁੰਚਿਆ, ਉਸ ਸਾਹਿਬ ਜੀਆਂ ਦੇ ਘਰ ਵਿੱਚ ਪਹੁੰਚਿਆ। ਤੋ ਮੈਂ ਲਾਲਣ ਪਾਇਓਰੀ। ਇਹ ਭਾਈ ਫਿਰ ਮੈਂ ਉਸ ਲਾਲਣ ਪਰਿਪੂਰਨ ਪਰਮਾਤਮਾ ਜੀਆਂ ਨੂੰ ਪਾਇਆ ਹੈ, ਉਹਦਾ ਮੇਲ ਪ੍ਰਾਪਤ ਹੋਇਆ। ਮੋਹਨ ਰੂਪ ਦਿਖਾਵੈ। ਹੁਣ ਉਸ ਪਰਿਪੂਰਨ ਪਰਮਾਤਮਾ, ਮਨ ਨੂੰ ਮੋਹ ਲੈਣ ਵਾਲੇ ਉਸ ਪਰਿਪੂਰਨ ਪਰਮਾਤਮਾ ਮਾਲਕ ਜੀ ਰੂਪ ਦਿਖਾਵੈ ਆਪਣਾ, ਭਾਵ ਉਹਨੇ ਦੀਦਾਰ ਦਿੱਤਾ। ਅਬ ਮੋਹੇ ਨੀਂਦ ਸੁਹਾਵੈ। ਜਿਹੜਾ ਪ੍ਰਸ਼ਨ ਪਹਿਲਾਂ ਸੀ ਸਾਧ ਸੰਗਤ ਜੀਓ, ਆਰੰਭ ਦੇ ਵਿੱਚ ਮੋਹਨ ਨੀਂਦ ਨਾ ਆਵੈ, ਹੁਣ ਮਹਾਰਾਜ ਜੀ ਕਹਿੰਦੇ ਅਬ ਮੋਹੇ ਨੀਂਦ ਸੁਹਾਵੈ। ਇਹ ਭਾਈ ਹੁਣ ਮੈਨੂੰ ਨੀਂਦ ਵੀ ਭਾਵ ਮਿੱਠੀ ਲੱਗਦੀ ਹੈ। ਅਬ ਮੋਹੇ ਨੀਂਦ ਸੁਹਾਵੈ। ਇਹ ਭਾਈ ਹੁਣ ਨੀਂਦ ਵੀ ਅੱਛੀ ਹੈ। ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ। ਮਤਾ ਕਿਤੇ ਮੈਂ ਤੇਰੇ ਰਾਹੀਂ ਹੀ ਦੀਦਾਰ ਕਰ ਲਵਾਂ। ਕਬੀਰ ਸੁਪਨੇ ਹੂੰ ਬਰੜਾਏ ਕਾ, ਜੇ ਮੁਖ ਨਿਕਸੈ ਰਾਮ ਤਾਕੇ ਪਗ ਕੀ ਪਾਹੁਣੀ ਮੇਰੇ ਤਨ ਕੋ ਚਾਮ। ਅਬ ਮੋਹਿ ਨੀਂਦ ਸੁਹਾਵੈ। ਹੇ ਭਾਈ ਹੁਣ ਮੈਨੂੰ ਉਹ ਨੀਂਦ ਭਾਵ ਸੁਹਾਵੀ ਕਹੀਏ ਮਿੱਠੀ ਲੱਗਦੀ ਹੈ। ਸਭ ਮੇਰੀ ਤਿਖਾ ਬੁਝਾਨੀ। ਇਹ ਭਾਈ ਮੇਰੀ ਸਾਰੀ ਤਿਖਾ, ਮੇਰੀ ਸਾਰੀ ਪਿਆਸ, ਦਰਸ਼ਨਾਂ ਦੀ ਪਿਆਸ, ਸਭ ਮੇਰੀ ਤਿਖਾ ਬੁਝਾਨੀ। ਮਾਲਕ ਜੀਆਂ ਨੇ ਉਹ ਪਿਆਸ, ਦਰਸ਼ਨ ਦਿਦਾਰਿਆਂ ਦੀ ਪਿਆਸ ਬੁਝਾ ਦਿੱਤੀ ਹੈ। ਅਬ ਮੈਂ ਸਹਿਜ ਸਮਾਨੀ। ਹੁਣ ਉਸ ਮਾਲਕ ਸੱਚੇ ਪਾਤਸ਼ਾਹ ਜੀਆਂ ਦੇ ਅੰਦਰ ਮੇਲ ਪ੍ਰਾਪਤ ਹੋਇਆ ਹੈ। ਮਿੱਠੀ ਪਿਰਹ ਕਹਾਣੀ। ਪਤਾ ਉਸ ਘਰ ਦੇ ਪ੍ਰੀਤਮ ਦੇ ਦੇਸ਼ ਦੀਆਂ ਬਾਤਾਂ, ਮਿੱਠੀ ਪਿਰਹ ਕਹਾਣੀ, ਉਸ ਪਿਰਹ ਪ੍ਰੀਤਮ ਦੀਆਂ ਕਹਾਣੀਆਂ, ਉਹਦੀ ਕਥਾ ਕਹਾਣੀ ਮਨ ਨੂੰ ਭਾਉਂਦੀ ਹੈ। ਪਹਿਲਾਂ ਕੀ ਸੀ? ਨਾਮ ਸੁਣਤ ਜਨ ਬਿਛੂ ਡਸਾਨਾ। ਹੁਣ ਕੀ ਹੈ? ਹੁਣ ਮਹਾਰਾਜ ਕਹਿੰਦੇ ਮਿੱਠੀ ਪਿਰੈ ਕਹਾਣੀ। ਕਹਿੰਦੇ ਪਹਿਲਾਂ ਤਾਂ ਐ ਸੀ, ਨਾਮ ਸੁਣਦਿਆਂ ਸਾਰ ਜਿਵੇਂ ਬਿਛੂ ਡੰਗ ਮਾਰਦਾ ਹੈ ਇਉਂ ਜਾਪਦਾ ਸੀ। ਨਾਮ ਸੁਣਤ ਜਨ ਬਿਛੂ ਡਸਾਨਾ, ਜਿਵੇਂ ਬਿਛੂ ਡੰਗ ਮਾਰਦਾ ਹੋਵੇ। ਹੁਣ ਮਾਲਕ ਜੀ ਨੇ ਰਹਿਮਤ ਕੀਤੀ, ਮਿੱਠੀ ਪਿਰੈ ਕਹਾਣੀ। ਹੁਣ ਮੇਲ ਪ੍ਰਾਪਤ ਹੋ ਗਿਆ। ਹੁਣ ਮਨਮੁਖ ਤੋਂ ਗੁਰਮੁਖਤਾਈ ਦਾ ਸੰਗ ਪ੍ਰਾਪਤ ਹੋਇਆ ਹੈ। ਤੇ ਜਦੋਂ ਜੀ ਫਿਰ ਗੁਰਮੁਖਤਾਈ ਦਾ ਰੰਗ ਚੜਿਆ, ਮਿੱਠੀ ਪਿਰੈ ਕਹਾਣੀ। ਹੈ ਭਾਈ ਹੁਣ ਉਹਦੀਆਂ ਕਹਾਣੀਆਂ, ਪ੍ਰੀਤਮ ਦੇ ਦੇਸ਼ ਦੀਆਂ ਬਾਤਾਂ ਹੁਣ ਮਨ ਨੂੰ ਭਾਉਂਦੀਆਂ ਹਨ। ਮੋਹਨ ਲਾਲਨ ਪਾਇਓਰੀ। ਹੁਣ ਮੋਹਨ ਮਨ ਨੂੰ ਮੋਹ ਲੈਣ ਵਾਲੇ ਉਸ ਪਰਿਪੂਰਨ ਪਰਮਾਤਮਾ ਪਾਇਓ ਰੀ, ਉਹਦਾ ਮੇਲ ਪ੍ਰਾਪਤ ਹੋਇਆ, ਉਹਦਾ ਸੰਗ ਪ੍ਰਾਪਤ ਹੋਇਆ ਹੈ। ਰਹਾਓ ਦੂਜਾ, ਪ੍ਰਥਮ ਰਹਾਓ ਦੇ ਅੰਦਰ ਸਾਧ ਸੰਗਤ ਜੀਓ
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਰਹਿਮਤ ਕੀਤੀ ਸੀ। ਕਬ ਕਰ ਆਵੈ ਰੀ, ਹੁਣ ਮਹਾਰਾਜ ਕਹਿੰਦੇ ਮੋਹਣ ਲਾਲਣ ਪਾਇਓ ਰੀ। ਹੁਣ ਉਹ ਪ੍ਰੀਤਮ ਮਾਲਕ ਸੱਚੇ ਪਾਤਸ਼ਾਹ ਜੀਆਂ ਦੇ ਸੰਗ ਮਨ ਨੂੰ ਮੋਹ ਲੈਣ ਵਾਲੇ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਮੇਲ ਪ੍ਰਾਪਤ ਹੋਇਆ। ਉਹ ਹਿਰਦੇ ਰੂਪੀ ਘਰ ਦੇ ਅੰਦਰ ਮਾਲਕ ਸੱਚੇ ਪਾਤਸ਼ਾਹ ਜੀ ਆਏ ਹਨ। ਇਹ ਜਿਹੜੀ ਬੇਨਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕੀਤੀ ਹੈ। ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਸੰਸਾਰ ਦੇ ਅੰਦਰ ਐਸੀ ਬਾਤ ਨਹੀਂ ਹਨ ਹੈਣ। ਤੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨ ਕਮਲਾਂ ਪਾਸ ਇਹੋ ਬੇਨਤੀ ਕਰੀਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰੋ। ਹਿਰਦੇ ਦੀ ਜਿਹੜੀ ਐਸੀ ਵੇਦਨਾ ਹੈ, ਹਿਰਦੇ ਅੰਦਰ ਐਸਾ ਪਿਆਰ, ਮਾਲਕ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ ਪੀ ਜਗਾ ਦੇਵੋ, ਤਾਂ ਜੋ ਪਾਵਨ ਪਵਿੱਤਰ ਗੁਰੂ ਕੀ ਬਾਣੀ ਸੰਗ ਮੇਲ ਪ੍ਰਾਪਤ ਕਰਕੇ ਉਸ ਆਤਮਕ ਰਸ ਨੂੰ ਅਸੀਂ ਵੀ ਮਾਣ ਸਕੀਏ। ਸਾਧ ਸੰਗਤ ਜੀਓ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਤਥਾ ਸਤਿਗੁਰੂ ਜੀ ਦੀ ਸੰਗਤ ਬਖਸ਼ਣਯੋਗ ਹੈ। ਸਮਾਂ ਸਮਾਪਤ ਹੈ। ਇੱਥੇ ਹੀ ਪਾਵਨ ਪਵਿੱਤਰ ਕਥਾ ਵਿਚਾਰਾਂ ਦੀ ਸਮਾਪਤੀ ਹੈ। ਸਾਧ ਸੰਗਤ ਜੀਓ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।